ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਓ। ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੀ ਨਾਸਕ। ਸ਼੍ਰੀ ਹਰਿ ਗੋਬਿੰਦ ਸੁਮਤ ਪਰਕਾਸਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਾਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਮੰਦੋ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਵਿਘਨ ਹੈ। ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਵਿਘਨ ਹੈ। ਵਿਨਾਸ਼ਨ ਸੋਏ। ਦੋਹਰਾ ਦੇਵੇ ਦੇਵੇ ਪ੍ਰੀਤ ਕਰ ਖਾਵੇ ਕਰਜ ਦਵਾਏ। ਸਿੱਖੀ ਪਦ ਜੋ ਦਗਾ ਕਰ ਠੌਰ ਨ ਕਤੋ ਪਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖਾਲਸਾ ਪੰਥ ਨੂੰ, ਸਿੱਖ ਸੰਗਤਾਂ ਨੂੰ ਕੁਝ ਰਹਿਤਾਂ ਬਹਿਤਾਂ, ਕੁਝ ਜੀਵਨ ਵਿੱਚ ਕਮਾਉਣ ਵਾਲੇ ਬਚਨ ਦੱਸ ਰਹੇ ਹਨ ਜੋ ਬੜੇ ਜ਼ਰੂਰੀ ਹੈ। ਪਹਿਲੀ ਗੱਲ ਤਾਂ ਸਾਨੂੰ ਪਤਾ ਹੋਵੇ ਤੇ ਦੂਜੀ ਗੱਲ ਜ਼ਿੰਦਗੀ ਵਿੱਚ ਕਮਾਏ ਜਾਣ ਤਾਂ ਸਾਡਾ ਸਿੱਖੀ ਦਾ ਜਿਹੜਾ ਇਹ ਫੁਲਵਾੜੀ ਹੈ, ਇਹ ਪੌਦਾ ਹੈ, ਇਹ ਹਰਾ ਭਰਾ ਹੋ ਸਕਦਾ। ਹਰ ਕਾ ਨਾਮ ਤੇ ਆਇ ਕੈ ਹੋ ਹਰਿਆ ਭਾਈ, ਕਰਮ ਲਖਨ ਤੇ ਪਾਈ ਹੈ ਇਹ ਰੁੱਤ ਸੁਹਾਈ। ਮਨੁੱਖਾ ਜੀਵਨ ਮਸਾਂ ਮਿਲਿਆ ਵੱਡੇ ਭਾਗਾਂ ਨਾਲ, ਔਰ ਹਰੀ ਦਾ ਨਾਮ ਜਪੀਏ ਤੇ ਉਸ ਨਾਮ ਨੂੰ ਜਪਣ ਦੇ ਲਈ ਕੁਝ ਕਾਨੂੰਨ ਹਨ। ਸੰਸਾਰ ਦੇ ਵੀ ਕਾਨੂੰਨ ਹੈ, ਪਰਮੇਸ਼ਰ ਦੇ ਵੀ ਕਾਨੂੰਨ ਹੈ ਕੁਝ, ਜਿਹਨੂੰ ਗੁਰਮਤਿ ਵਿੱਚ ਅਸੀਂ ਰਹਿਤਾਂ ਬਹਿਤਾਂ ਪ੍ਰਹਿਤਾਂ ਆਦਿ ਇਹਨਾਂ ਨਾਮਾਂ ਦੇ ਨਾਲ ਜਾਣਦੇ ਹਾਂ। ਆਓ ਕਥਾ ਅੱਗੇ ਆਰੰਭ ਕਰੀਏ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬੁਲੰਦ ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦੇਵੇ ਦੇਵੇ ਪ੍ਰੀਤ ਕਰ ਖਾਵੇ ਕਰਜ ਦਵਾਏ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਜੇ ਕੋਈ ਮਨੁੱਖ ਕਿਸੇ ਤੋਂ ਉਧਾਰ ਲੈ ਕੇ ਕਰਜ਼ਾ ਲੈ ਕੇ ਜੀਵਨ ਬਤੀਤ ਕਰਦਾ ਹੈ ਤਾਂ ਸਿੱਖੀ ਪਦ ਜੋ ਦਗਾ ਕਰ ਠੌਰ ਨ ਕਤੋਂ ਪਾਏ। ਉਸ ਦਾ ਕਰਜ਼ਾ ਉਨੀ ਅੱਖੀ ਮੋੜਨਾ ਚਾਹੀਦਾ। ਕਈ ਵਾਰੀ ਕੋਈ ਬੰਦਾ ਮੁੱਕਰ ਜਾਵੇ ਨਾ ਤੇ ਫਿਰ ਉਹਨੂੰ ਕਹਿੰਦੇ ਆ ਵੀ ਤੂੰ ਉਨੀ ਅੱਖੀ ਨਹੀਂ ਰਿਹਾ ਜਿਹੜੀਆਂ ਨਾਲ ਲਿਆ ਸੀਗਾ। ਅੱਖਾਂ ਹੀ ਬਦਲ ਗਈਆਂ ਤੇਰੀਆਂ ਤਾਂ ਤੇਰਾ ਸੁਭਾਅ ਹੀ ਬਦਲ ਗਿਆ, ਕਮਾਲ ਹੋ ਗਈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਜਿਹੜਾ ਬੰਦਾ ਕਿਸੇ ਤੋਂ ਕਰਜ਼ਾ ਲੈ ਕੇ ਉਧਾਰ ਲੈ ਕੇ ਧੋਖਾ ਕਰਦਾ ਹੈ, ਦਗਾ ਕਰਦਾ ਹੈ, ਉਹਨੂੰ ਮੇਰੀ ਸਿੱਖੀ ਵਿੱਚ ਕੋਈ ਥਾਂ ਨਹੀਂ ਹੈ। ਉਹ ਜਿੱਧਰ ਮਰਜ਼ੀ ਜਾਵੇ ਮੈਂ ਉਹਦਾ ਜ਼ਿੰਮੇਵਾਰ ਨਹੀਂ ਆ, ਔਰ ਉਹਨੂੰ ਕਿਤੇ ਟਿਕਾਣਾ ਵੀ ਨਹੀਂ ਮਿਲਣਾ। ਗੁਰਦੁਆਰਾ ਸਾਹਿਬ ਜਾਮਨੀ ਸਾਹਿਬ ਦੀ ਜਿਹੜੀ ਕਥਾ ਹੈ ਉਹ ਇਤਿਹਾਸ ਦੇ ਵਿੱਚ ਹੈ ਕਿ ਕਿਸੇ ਨੇ ਕਿਸੇ ਸੇਠ ਦੇ ਕੋਲੋਂ ਕਿਸੇ
ਪੈਸੇ ਵਾਲੇ ਬੰਦੇ ਕੋਲੋਂ ਪੈਸਾ ਉਧਾਰਾ ਲਿਆ ਹੈ ਤੇ ਫਿਰ ਮੋੜਨ ਤੇ ਨਾ ਆਵੇ, ਤੇ ਜਦੋਂ ਬਾਰ-ਬਾਰ ਮੰਗੇ ਟਾਲ ਮਟੋਲ ਕਰ ਦੇਵੇ ਤੇ ਇੱਕ ਦਿਨ ਉਸਨੇ ਘੇਰ ਲਿਆ ਤੇ ਬਾਹੋਂ ਫੜ ਲਿਆ, ਕਹਿੰਦਾ ਇੱਥੇ ਪੈਸੇ ਧਰ। ਉਹ ਕਹਿੰਦਾ ਮਿੱਤਰਾ ਹੈ ਨਹੀਂ ਮੇਰੇ ਕੋਲੇ, ਦੇਊਂਗਾ ਲਾਜ਼ਮੀ। ਕਦੋਂ ਦੇਂਗਾ? ਕੋਈ ਜਾਮਣ ਦੇ, ਤੂੰ ਤਾਂ ਮੈਨੂੰ ਲੱਭਦਾ ਹੀ ਨਹੀਂ, ਮੁੜ ਕੇ ਅੱਜ ਦਾ ਨਿਕਲਿਆ ਫੇਰ ਨਹੀਂ ਮੈਨੂੰ ਕਈ ਦਿਨ ਲੱਭਣਾ, ਕੋਈ ਜਾਮਣ ਦੇ। ਉਹ ਕਹਿਣ ਲੱਗਿਆ ਮੈਨੂੰ ਗੁਰੂ ਦੀ ਸਹੁੰ, ਮੈਂ ਗੁਰੂ ਨਾਨਕ ਦਾ ਸਿੱਖ ਹਾਂ, ਕਹਿੰਦਾ ਮੈਨੂੰ ਗੁਰੂ ਦੀ ਸਹੁੰ ਮੈਂ ਤੇਰੇ ਪੈਸੇ ਜ਼ਰੂਰ ਦੇਵਾਂਗਾ। ਤੇ ਗੁਰੂ ਪਿਆਰਿਓ, ਇਉਂ ਉਸ ਬੰਦੇ ਨੇ ਫੇਰ ਗੁਰੂ ਤੇ ਭਰੋਸਾ ਕਰਕੇ ਉਹਨੂੰ ਛੱਡ ਦਿੱਤਾ, ਮੁੜ ਕੇ ਟੱਕਰਿਆ ਹੀ ਨਾ। ਅੱਖ ਬਚਾ ਕੇ ਉਹ ਤੋਂ ਜੇ ਕਿਤੇ ਅੱਗੋਂ ਟੱਕਰੇ ਲੰਘ ਜਾਂਦਾ, ਮਿਲਦਾ ਹੀ ਨਾ। ਆਖਰ ਇਸੇ ਦੇ ਨਾਲ ਹੀ ਇਹਨਾਂ ਸਮਿਆਂ ਦੇ ਮੁਤਾਬਕ ਇਉਂ ਸਮਾਂ ਬਤੀਤ ਹੁੰਦਾ ਗਿਆ ਤੇ ਦੋਨਾਂ ਦੀ ਮੌਤ ਹੋ ਗਈ। ਲੈਣ ਵਾਲੇ ਦਾ ਖਿਆਲ ਸੀ ਕਿ ਮੈਂ ਫਲਾਣੇ ਤੋਂ ਪੈਸੇ ਲੈਣੇ ਆ, ਤੇ ਦੇਣ ਵਾਲਾ ਵੀ ਲੁਕਦਾ ਲੁਕਦਾ ਮਰ ਗਿਆ। ਤੇ ਹੁਣ ਲੁਕਦਾ ਕੌਣ ਹੁੰਦਾ ਹੈ? ਸਭ ਤੋਂ ਡਰੋਕਲ ਜਾਨਵਰ ਹੈ ਬਟੇਰਾ। ਇਹ ਖੇਤਾਂ ਵਿੱਚ ਬੜਾ ਲੁਕਦਾ ਹੈ, ਤਿੱਤਰ ਵੀ ਕਹਿ ਦਿੰਦੇ ਆ ਇਸ ਨੂੰ। ਤੇ ਦੂਸਰੇ ਲੈਣ ਵਾਲੇ ਦਾ ਖਿਆਲ ਸੀ ਮਰਨ ਵੇਲੇ ਕਿ ਯਾਰ ਉਹ ਤੋਂ ਪੈਸੇ ਲੈਣੇ ਸੀ, ਉਹ ਗੁਰੂ ਦੀ ਜਾਮਨੀ ਦੇ ਕੇ ਫਿਰ ਭੱਜ ਗਿਆ, ਦੇ ਕੇ ਨਹੀਂ ਗਿਆ ਤੇ ਉਧਰੋਂ ਮੌਤ ਹੋ ਗਈ, ਔਰ ਉਹ ਬਣ ਗਿਆ ਬਟੇਰਾ। ਜਿਹਨੇ ਲੈਣੇ ਆ ਉਹ ਬਣ ਗਿਆ ਬਾਜ, ਤੇ ਜਿਹਨੇ ਦੇਣੇ ਆ ਉਹ ਬਣ ਗਿਆ ਤਿੱਤਰ। ਤੇ ਵਿਚਾਲੇ ਜਾਮਨੀ ਪਾਤੀ ਸਤਿਗੁਰੂ ਦੀ, ਗੁਰੂ ਨਾਨਕ ਪਾਤਸ਼ਾਹ ਜੀ ਦੀ, ਗੁਰੂ ਗੋਬਿੰਦ ਸਿੰਘ ਜੀ ਦੀ। ਤਾਂ ਗੁਰੂ ਪਿਆਰਿਓ, ਹੁਣ ਸਮਾਂ ਬਤੀਤ ਹੋਇਆ, 10ਵੇਂ ਪਾਤਸ਼ਾਹ ਦਾ ਸਮਾਂ ਆਇਆ ਤੇ ਫਾਜ਼ਿਲਕਾ ਦੇ ਇਲਾਕੇ ਵਿੱਚ ਇਹ ਨਗਰ ਹੈ, ਗੁਰਦੁਆਰਾ ਜਾਮਨੀਸਰ ਗੁਰੂ ਘਰ ਦਾ ਨਾਮ ਹੈ। ਤੇ ਉਸ ਜੰਗਲ ਵਿੱਚ ਪਾਤਸ਼ਾਹ ਜੀ ਵਿਚਰ ਰਹੇ ਸੀ, ਘੁੰਮ ਰਹੇ ਸੀ, ਤੇ ਸਿੱਖਾਂ ਨੂੰ ਕਹਿੰਦੇ ਲੱਭ ਗਿਆ ਲੱਭ ਗਿਆ। ਕਹਿੰਦੇ ਜੀ ਕੀ ਲੱਭ ਗਿਆ? ਕਹਿੰਦੇ ਉਹ ਜਿਹੜਾ ਤਿੱਤਰ ਜਾਂਦਾ ਇਹਨੂੰ ਫੜ ਕੇ ਲਿਆਓ, ਜਿਉਂਦਾ ਫੜਨਾ, ਮਾਰਨਾ ਨਹੀਂ। ਕਹੋ ਸਤਿਨਾਮ। ਕਿਉਂਕਿ ਮਰਨ ਤੋਂ ਬਾਅਦ ਕਿਹਦੇ ਨਾਲ ਗੱਲ ਕਰੇ ਅਗਲਾ? ਜਿਉਂਦੇ ਨਾਲ ਹੀ ਗੱਲ ਹੋ ਸਕਦੀ ਹੈ। ਤਾਂ ਸਿੱਖਾਂ ਨੂੰ ਹੁਕਮ ਦਿੱਤਾ ਵੀ ਇਹਨੂੰ ਜਿਉਂਦਾ ਫੜ ਕੇ ਲਿਆਓ। ਸਿੱਖਾਂ ਨੇ ਉਹਦੇ ਮਗਰ ਭੱਜ ਦੌੜ ਕਰਕੇ ਉਸ ਨੂੰ ਮਸਾਂ ਜਿਉਂਦਾ ਫੜਿਆ ਤੇ ਲਿਆ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਫੜਾ ਦਿੱਤਾ। ਔਰ ਜੋ ਸਤਿਗੁਰਾਂ ਦੇ ਕੋਲ ਬਾਜ ਸੀ ਤੇ ਉਸ ਬਾਜ ਦੇ ਵੱਲ ਕਰ ਦਿੱਤਾ, ਕਿਉਂਕਿ ਜਾਮਣ ਜਿਹੜਾ ਹੈ ਫਿਰ ਕਰਜ਼ਾ ਲੈਣ ਵਾਲਾ ਜਾਮਣ ਨੂੰ ਕਹਿੰਦਾ ਵੀ ਤੇਰੀ ਜਾਮਣੀ ਸੀ, ਤੂੰ ਦੇ ਹੁਣ ਮੈਨੂੰ, ਤੇਰਾ ਬੰਦਾ ਤਾਂ ਭੱਜ ਗਿਆ। ਕਹੋ ਸਤਿਨਾਮ। ਉਹ ਬਾਜ ਬਣ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਪਹੁੰਚ ਗਿਆ। ਤੇ ਗੁਰੂ ਗੋਬਿੰਦ ਸਿੰਘ ਨੂੰ ਬਾਜਾਂ ਵਾਲੇ ਕਹਿੰਦੇ ਸੀ। ਤੇ ਬਾਜ ਇੱਕ ਨਹੀਂ ਹੁੰਦਾ, ਕਈ ਕਈ ਬਾਜ ਰੱਖੇ ਹੁੰਦੇ। ਜਿਹੜੇ ਬਾਜ ਰੱਖਦੇ ਆ, ਔਰੰਗਜ਼ੇਬ ਦੇ ਕੋਲੇ ਵੀ 300-400 ਬਾਜ ਰੱਖੇ ਹੋਏ ਸੀ। ਕਹੋ ਸਤਿਨਾਮ। ਤਾਂ ਖੈਰ ਸਤਿਗੁਰਾਂ ਦਾ ਨਾਮ ਹੀ ਬਾਜਾਂ ਵਾਲੇ ਪੈ ਗਿਆ। ਤਾਂ ਉਹ ਬਾਜ ਜਿਹੜਾ ਸਤਿਗੁਰਾਂ ਕੋਲੇ ਆਇਆ, ਇਹ ਉਹੀ ਸੇਠ ਸੀਗਾ, ਉਹੀ ਅਮੀਰ ਸੀ ਜਿਹਦੇ ਕੋਲੋਂ ਉਸਨੇ ਪੈਸੇ ਧਾਰੇ ਲਏ ਸੀ ਤੇ ਜਾਮਨੀ ਸਤਿਗੁਰਾਂ ਦੀ ਦਿੱਤੀ ਸੀ। ਤੇ ਉਹ ਸਤਿਗੁਰਾਂ ਕੋਲੇ ਪਹੁੰਚ ਗਿਆ ਕਿਸੇ ਤਰ੍ਹਾਂ ਆਪਣਾ ਉਧਾਰ ਲੈਣ ਵਾਸਤੇ। ਹੁਣ ਸਤਿਗੁਰੂ ਉਹ ਬੰਦਾ ਲੱਭ ਰਹੇ ਨੇ, ਪਰ ਉਹ ਤਾਂ ਮਰ ਚੁੱਕੇ ਆ। ਗੁਰੂ ਲੱਭ ਸਕਦੇ ਆ। ਗੁਰੂ ਤਾਂ ਅੰਤਰ ਆਤਮਾ ਨੂੰ ਵੀ ਜਾਣਦੇ ਆ, ਉਹ ਕਿਹੜੀ ਰੂਹ ਸੀ ਜਿਹਨੇ ਕਰਜ਼ਾ ਚੱਕਿਆ ਤੇ ਮੁੜ ਕੇ ਦਿੱਤਾ ਨਹੀਂ। ਅਖੀਰ ਸਿੰਘਾਂ ਨੇ ਉਸ ਤੇ ਤਿੱਤਰ ਨੂੰ, ਬਟੇਰੇ ਨੂੰ ਭੱਜ ਦੌੜ ਕਰਕੇ ਫੜ ਲਿਆ, ਪਾਤਸ਼ਾਹ ਨੂੰ ਲਿਆ ਕੇ ਫੜਾ ਦਿੱਤਾ। ਤੇ ਪਾਤਸ਼ਾਹ ਨੇ ਉਸ ਬਾਜ ਨੂੰ ਮੂਹਰੇ ਬਿਠਾਇਆ ਤੇ ਤਿੱਤਰ ਦੇ ਦੋਨੇ ਪੈਰਾਂ ਨੂੰ ਫੜ ਕੇ ਜਿਉਂਦਾ ਉਹਦੇ ਸਾਹਮਣੇ ਕਰਤਾ। ਕਹਿੰਦੇ ਲੈ ਕਰ ਲਾ ਹਿਸਾਬ ਕਿਤਾਬ ਬਰਾਬਰ। ਹੁਣ ਕੋ ਸਤਿਨਾਮ। ਹੁਣ ਇੱਥੇ ਨੋਟਾਂ ਦੀ ਤਾਂ ਗੱਲ ਨਹੀਂ, ਕੋਈ ਨੋਟ ਤਾਂ ਹੈ ਹੀ ਨਹੀਂ। ਜੇ ਕਿਸੇ ਕਰਜ਼ਈ ਨੇ ਕਰਜ਼ਾ ਦੇਣਾ, ਪੈਸੇ ਹੈ ਨਹੀਂ ਤੇ ਲੈਣ ਵਾਲਾ ਵਾਰ-ਵਾਰ ਮੰਗਦਾ, ਤੇ ਫਿਰ ਉਹਦੇ ਮੂੰਹ ਚੋਂ ਕੀ ਨਿਕਲਦੀ ਹੈ ਗੱਲ? ਜਦ ਪੈਸੇ ਤਾਂ ਹੈ ਨਹੀਂ, ਮੇਰਾ ਮਾਸ ਵੱਢ ਲਾ, ਹੁਣ ਲੱਤ ਵੱਢ ਲਾ। ਕਹੋ ਸਤਿਨਾਮ। ਲਗਭਗ ਇਹ ਕਹਾਵਤ ਹੈ। ਤਾਂ ਹੁਣ ਇੱਥੇ ਕਰਜ਼ਾ ਬਰਾਬਰ ਕਰਨਾ, ਹਿਸਾਬ ਕਿਤਾਬ, ਤੇ ਜਾਮਣ ਵਿੱਚ ਬੈਠਾ ਗੁਰੂ ਗੋਬਿੰਦ ਸਿੰਘ, ਤੇ ਦੋਨਾਂ ਨੂੰ ਇਕੱਠੇ ਕਰਤਾ। ਲੈਣ ਵਾਲਾ ਮਾਸ ਖਾਂਦਾ ਹੈ, ਦੇਣ ਵਾਲੇ ਕੋਲੇ ਮਾਸ ਹੈਗਾ। ਤੇ ਤਿੱਤਰ ਜਿਉਂਦੇ ਨੂੰ ਹੀ ਉਸ ਬਾਜ ਦੇ ਸਾਹਮਣੇ ਕਰਤਾ ਤੇ ਬਾਜ ਉਹਦੇ ਖੰਭ ਪੱਟਣ ਲੱਗਿਆ। ਪੱਟ ਪੱਟ ਕੇ ਸਿੱਟੀ ਜਾਂਦਾ ਤੇ ਪਾਤਸ਼ਾਹ ਹੱਸ ਰਹੇ ਨੇ। ਧਿਆਨ ਦਿਓ। ਕਹਿੰਦੇ ਜਿਸ ਵੇਲੇ ਇਹ ਕੌਤਕ ਹੋਇਆ ਤੇ ਸਿੰਘਾਂ ਨੇ ਪੁੱਛਿਆ, ਮਹਾਰਾਜ ਕਿਹਾ ਤੁਸੀਂ ਬਾਜ ਨੂੰ ਖਾਉਣ ਵਾਸਤੇ ਇਹ ਇੰਨੀ ਦੌੜ ਭੱਜ ਕਰਕੇ ਬਟੇਰਾ ਅਸੀਂ ਫੜਿਆ, ਮਾਸ ਤਾਂ ਬੇਅੰਤ ਸੀਗਾ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਮਾਸ ਤਾਂ ਬੇਅੰਤ ਸੀ, ਪਰ ਇਹਨਾਂ ਦਾ ਉਹਨਾਂ ਦਾ ਵੀ ਹਿਸਾਬ ਕਿਤਾਬ ਸੀ। ਕਹੋ ਸਤਿਨਾਮ। ਮੈਨੂੰ ਵਿੱਚ ਜਾਮਣ ਪਾ ਦਿੱਤਾ ਹੈ, ਔਰ ਇਸ ਮਨੁੱਖ ਨੇ ਜਿਹੜਾ ਹੁਣ ਤਿੱਤਰ ਬਣਿਆ ਹੋਇਆ, ਕਿਸੇ ਵੇਲੇ ਮਨੁੱਖ ਸੀ ਤੇ ਬਾਜ ਵੀ ਮਨੁੱਖ ਸੀ। ਦੋਨਾਂ ਦਾ ਕਰਜ਼ੇ ਦਾ ਲੈਣ ਦੇਣ ਸੀਗਾ।
ਇਹਨੇ ਲੈ ਲਿਆ, ਇਹਨੇ ਦੇਤਾ, ਇਹਨੇ ਵਾਪਸ ਮੋੜਿਆ ਨਹੀਂ, ਤੇ ਜਾਮਣੀ ਮੇਰੀ ਪਾਤੀ, ਕਹਿੰਦਾ ਗੁਰੂ ਦੀ ਸਹੁੰ ਮੈਂ ਜ਼ਰੂਰ ਦੇਵਾਂਗਾ, ਪਰ ਇਹ ਦੇਣ ਤੋਂ ਬਗੈਰ ਹੀ ਮਰ ਗਿਆ। ਤੇ ਅੱਜ ਇਹਨਾਂ ਦਾ ਉਹ ਫੁਰਨਾ ਜਿਹੜਾ ਸੀ ਹਿਸਾਬ ਕਿਤਾਬ ਦਾ ਅਸੀਂ ਪੂਰਾ ਕੀਤਾ, ਕਿਉਂਕਿ ਮੈਨੂੰ ਜਾਮਣ ਬਣਾ ਲਿਆ। ਇਸ ਕਰਕੇ ਸਿੱਖਾਂ ਨੂੰ ਇਹ ਹੁਕਮ ਦਿੱਤਾ ਹੈ ਕਿ ਮੇਰਾ ਸਿੱਖ ਕਰਜ਼ਾ ਲੈ ਕੇ ਧੋਖਾ ਨਾ ਕਰੇ ਕਿਸੇ ਨਾਲ, ਤੇ ਜਿਹੜਾ ਦਗਾ ਕਮਾਉਂਦਾ ਹੈ ਉਹਨੂੰ ਮੇਰੀ ਸਿੱਖੀ ਵਿੱਚ ਕੋਈ ਥਾਂ ਨਹੀਂ, ਤੇ ਉਹਨੂੰ ਹੋਰ ਵੀ ਕਿਤੇ ਟਿਕਾਣਾ ਨਹੀਂ ਮਿਲਣਾ ਜੀ। ਪ੍ਰੀਤ ਨਾਮ ਕੀ ਨਾਮ ਜਪ, ਨਾਮ ਰਮੇ ਵਿੱਚ ਪ੍ਰਾਣ। ਇਸ ਕਰਕੇ ਸਿੱਖ ਨੂੰ ਹਮੇਸ਼ਾ ਨਾਮ ਦੇ ਨਾਲ ਪ੍ਰੀਤੀ ਪਾਉਣੀ ਚਾਹੀਦੀ ਹੈ, ਨਾਮ ਜਪਣਾ ਚਾਹੀਦਾ ਹੈ। ਇੰਨਾ ਜਪੇ ਕਿ ਜਿਵੇਂ ਮਿੱਟੀ ਵਿੱਚ ਰੇਤਾ ਉਹਦੇ ਵਿੱਚ ਪਾਣੀ ਰਮ ਜਾਂਦਾ ਹੈ, ਜਿਵੇਂ ਘਿਓ ਸ਼ੱਕਰ ਵਿੱਚ ਰਮ ਜਾਂਦਾ ਹੈ, ਇੱਦਾਂ ਸਿੱਖਾ ਤੇਰੇ ਪ੍ਰਾਣਾਂ ਵਿੱਚ ਵਾਹਿਗੁਰੂ ਮੰਤਰ ਰਮ ਜਾਵੇ ਜੇ। ਨਾਮ ਉਪਦੇਸੇ ਨਾਮ ਸੁਖ, ਸਖਾ ਸਾਚਲਾ ਨਾਮ। ਖੁਦ ਵੀ ਨਾਮ ਜਪੇ, ਦੂਸਰਿਆਂ ਨੂੰ ਵੀ ਨਾਮ ਜਪਣ ਦੀ ਪ੍ਰੇਰਨਾ ਕਰੇ, ਕਿਉਂਕਿ ਨਾਮ ਹੀ ਸਾਡਾ ਸੱਚਾ ਮਿੱਤਰ ਹੈ। ਜੈ ਮਹਾ ਭਿਆਨ ਤਬ ਤਬੋ ਕਾਮ ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਸੁਖਮਨੀ ਸਾਹਿਬ। ਜਹਾਂ ਤਿਖਾ ਮਨ ਤੁਝਿਆ ਕਰਖੈ, ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ। ਜੇ ਮਾਰ ਕੇ ਗਣੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ। ਤੋਸਾ ਹੁੰਦਾ ਸੁੱਕੇ ਭੋਜਨ ਖਾਣ ਵਾਲੇ। ਤੋਸਾ ਵੈਸੇ ਗੁੜ ਦੀ ਮਠਿਆਈ ਹੁੰਦੀ ਹੈ, ਬੇਸਣ ਤੇ ਚੜਾਈ ਹੋਈ। ਭਾਵ ਜਿੱਥੇ ਤੇਰੇ ਨਾਲ ਕੋਈ ਭੋਜਨ ਮਠਿਆਈ ਨਹੀਂ ਜਾਣੀ, ਉੱਥੇ ਹਰੀ ਦੇ ਨਾਮ ਨੇ ਤੇਰੀ ਖੁਰਾਕ ਵੀ ਬਣ ਜਾਣਾ, ਪਾਣੀ ਵੀ ਬਣ ਜਾਣਾ, ਤੈਨੂੰ ਛਾਂ ਵੀ ਕਰ ਦੇਣੀ ਹੈ। ਇਹੋ ਸਾਡਾ ਸੱਚਾ ਮਿੱਤਰ ਹੈ। ਜਪੋ ਤੇ ਹੋਰਨਾਂ ਨੂੰ ਵੀ ਜਪਾਉਣਾ ਕਰੋ ਜੀ। ਜੀਵਨ ਜਾਕਾ ਧਰਮ ਹਿਤ, ਚਲਣਾ ਗੁਰ ਕੀ ਰੀਤ। ਜਿਨ੍ਹਾਂ ਦਾ ਜੀਵਨ ਧਰਮ ਦੇ ਲੇਖੇ ਲੱਗ ਜਾਂਦਾ ਹੈ, ਔਰ ਜਿਨ੍ਹਾਂ ਦਾ ਜੀਵਨ, ਜਿਨ੍ਹਾਂ ਦੀ ਚਾਲ ਚੱਲਣ, ਜਿਨ੍ਹਾਂ ਦਾ ਰੋਜ਼ਾਨਾ ਦਾ ਵਰਤਾਓ ਜਿਹੜਾ ਗੁਰਮਤਿ ਅਨੁਸਾਰ ਗੁਰੂ ਦੀ ਰੀਤੀ ਮੁਤਾਬਕ ਚੱਲਣਾ ਕਰਦੇ ਹਨ। ਭੋਜਨ ਜਾਕਾ ਦੇ ਹਿਤ, ਰਹੇ ਬਿਰਾਗੀ ਮੀਤ। ਔਰ ਭੋਜਨ ਓਨਾ ਖਾਂਦੇ ਆ ਜਿੰਨਾ ਕੁ ਲੋੜ ਹੈ, ਜਿਉਣ ਵਾਸਤੇ ਖਾਣਾ। ਬਹੁਤੇ ਖਾਣ ਵਾਸਤੇ ਜਿਉਂਦੇ ਆ, ਜਿਹੜੇ ਖਾਣ ਵਾਸਤੇ ਜਿਉਂਦੇ ਆ ਨਾ ਕੇਵਲ, ਉਹਨਾਂ ਦੇ ਵਾਸਤੇ ਪਾਤਸ਼ਾਹ ਨੇ ਬੜਾ ਕਰੜਾ ਜਿਹਾ ਸੁਨੇਹਾ ਦਿੱਤਾ ਹੈ। ਤ੍ਰਿਗ ਤਿੰਨਾਂ ਦਾ ਜੀਵਿਆ, ਖਾਏ ਵਧਾਇਆ ਪੇਟ। ਢਿੱਡ ਵਧਣ ਹੀ ਹੈ, ਜਦੋਂ ਖਾਈ ਜਾਓ, ਕੋਈ ਖਾਈ ਜਾਓ ਤੇ ਫੁੱਲਦਾ ਜਾਂਦਾ। ਤ੍ਰਿਗ ਹੈ ਉਹਨਾਂ ਦੇ ਜਿਉਣ ਦੇ। ਤ੍ਰਿਗ ਤਿੰਨਾਂ ਦਾ ਜੀਵਿਆ, ਖਾਏ ਵਧਾਇਆ ਪੇਟ। ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਹੇਤ। ਇਸ ਕਰਕੇ ਜਿਹੜੇ ਖਾਣ ਵਾਸਤੇ ਨਹੀਂ ਜਿਉਂਦੇ, ਜਿਉਣ ਵਾਸਤੇ ਖਾਂਦੇ ਹੈ ਲੋੜ ਮੁਤਾਬਕ। ਔਰ ਹਮੇਸ਼ਾ ਪਰਮੇਸ਼ਰ ਦਾ ਵਿਰਾਗ ਜਿਨ੍ਹਾਂ ਨੂੰ ਲੱਗਿਆ ਰਹਿੰਦਾ ਹੈ, ਮੇਰੇ ਉਹ ਹੀ ਸੱਚੇ ਵਿਰਾਗੀ ਮਿੱਤਰ ਹਨ। ਜੋ ਰਾਹੀ ਪਰਦੇਸ ਜਾਏ, ਨਿਤ ਮਾਰਗ ਕੀ ਆਸ। ਜਿਸ ਤਰ੍ਹਾਂ ਇੱਕ ਰਾਹੀ ਯਾਤਰਾ ਤੇ ਚੱਲਿਆ ਹੈ, ਔਰ ਉਸ ਦੇ ਦਿਮਾਗ ਵਿੱਚ ਇੱਕੋ ਹੀ ਫੁਰਨਾ ਚੱਲ ਰਿਹਾ ਕਿ ਮੰਜ਼ਿਲ ਤੇ ਕਦੋਂ ਪਹੁੰਚਾਂ। ਕਿਸੇ ਪਾਸੇ ਵੀ ਚੱਲ ਰਹੇ ਹੋ। ਵੈਸਾਖ ਧੀਰਨ ਕਿਉਂ ਵਾਢੀਆਂ, ਜਿਨ੍ਹਾਂ ਪ੍ਰੇਮ ਵਿਸ਼ੋਹ। ਹੁਣ ਵਾਢੀਆਂ ਜਿਹੜਾ ਸ਼ਬਦ ਹੈ ਨਾ, ਇਹ ਦੋ ਥਾਵਾਂ ਤੇ ਵਰਤਿਆ ਜਾ ਸਕਦਾ ਹੈ। ਇੱਕ ਤਾਂ ਜਦੋਂ ਕਣਕ ਪੱਕ ਜਾਂਦੀ ਹੈ, ਵਾਢੀਆਂ ਪੈ ਜਾਂਦੀਆਂ, ਉਦੋਂ ਜ਼ਿਮੀਂਦਾਰ ਨੂੰ ਧੀਰਜ ਨਹੀਂ ਆਉਂਦੀ। ਪਤਾ ਨਹੀਂ ਕਦੋਂ ਕੋਈ ਗੜਾ ਕਾਕੜਾ ਡਿੱਗ ਪਵੇ, ਕਦੋਂ ਮੀਂਹ ਪੈ ਜਾਵੇ। ਅੱਜ ਕੱਲ੍ਹ ਤਾਂ ਪੱਕੀਆਂ ਫਸਲਾਂ ਨੂੰ ਕਰੰਟ ਨਾਲ ਅੱਗ ਲੱਗ ਜਾਂਦੀ ਆ। ਕਹੋ ਸਤਿਨਾਮ। ਇਸ ਕਰਕੇ ਜ਼ਿਮੀਂਦਾਰ ਨੂੰ ਧੀਰਜ ਨਹੀਂ ਹੁੰਦਾ ਉਸ ਵੇਲੇ। ਉਹਦਾ ਇਹੋ ਹੀ ਫਿਕਰ ਹੁੰਦਾ ਹੈ ਕਦੋਂ ਮੇਰੀ ਪੱਕੀ ਫਸਲ ਘਰੇ ਪਹੁੰਚ ਜਾਵੇ। ਤੇ ਦੂਜਾ ਵਾਂਢੀ, ਫਲਾਨਾ ਕਿੱਥੇ ਹੈ, ਉਹ ਵਾਂਢੇ ਗਿਆ ਹੈ, ਭਾਵ ਦੂਜੇ ਪਿੰਡ ਮਿਲਣ ਗਿਆ। ਕੋ ਸਤਨਾਮ। ਤੇ ਉਸ ਨੂੰ ਵੀ ਕਿਵੇਂ ਧੀਰਜ ਆਉਂਦਾ ਹੈ ਜਿਹੜਾ ਘਰੋਂ ਚੱਲ ਪਿਆ, ਟਿਕਾਣੇ ਪਹੁੰਚਿਆ ਨਹੀਂ। ਜਿਵੇਂ ਉਹਨਾਂ ਦਾ ਧਿਆਨ ਆਪਣੀ ਮੰਜ਼ਿਲ ਉੱਪਰ ਹੁੰਦਾ ਹੈ। ਜਾਂ ਆਤਮ ਹਿਤ ਆਚਰੈ, ਰਹੀਏ ਚਿਤ ਉਦਾਸ। ਤਾਂ ਤੇ ਹਮੇਸ਼ਾ ਇਹ ਫੁਰਨਾ ਬਣਾਈ ਰੱਖੋ ਕਿ ਮੈਂ ਆਪਣੀ ਆਤਮਾ ਨੂੰ ਕਦੋਂ ਪਰਮਾਤਮਾ ਵਿੱਚ ਮਿਲਾਵਾਂ ਤੇ ਆਪਣੇ ਜਿਹੜਾ ਹੈ ਮੰਜ਼ਿਲ ਨੂੰ ਪ੍ਰਾਪਤ ਕਰਾਂ। ਔਰ ਇਸ ਮੰਜ਼ਿਲ ਨੂੰ ਪ੍ਰਾਪਤ ਕਰਨ ਵਾਸਤੇ ਅਸੀਂ ਅੱਜ ਦੇ ਨਹੀਂ, ਕਿੱਦੇ ਦੇ ਚੱਲੇ ਹੋਏ ਆ। ਪੁੱਛੋ ਮੇਰੇ ਪ੍ਰੀਤਮ ਨੂੰ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਬੜੇ ਲੰਮੇ ਸਮੇਂ ਬਾਅਦ ਸਾਨੂੰ ਇੱਕ ਮਿਲਣ ਦਾ ਚਾਂਸ ਦਿੱਤਾ ਪਰਮੇਸ਼ਰ ਨੇ। ਮਨੁੱਖਾ ਜਮ
ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ। ਤਾਂ ਤੇ ਮਨੁੱਖ ਨੂੰ ਇਦਮ ਉਦਮ ਕਰਨਾ ਚਾਹੀਦਾ। ਜਿਸ ਤਰ੍ਹਾਂ ਅਸੀਂ ਮਾਇਆ ਵਾਸਤੇ ਉਦਮ ਕਰਦੇ ਹਾਂ, ਆ ਪੱਖਾ ਉਦਮ ਕਰਦਾ, ਹਵਾ ਭੱਜੀ ਆਉਂਦੀ ਆ ਥੱਲੇ, ਪੱਖੇ ਅੱਗੇ ਲక్ష్ਮੀ, ਉਦਮ ਅੱਗੇ ਲక్ష్ਮੀ, ਜੋ ਪੱਖੇ ਅੱਗੇ ਪਾਉਣ। ਉਦਮ ਕਰਿਆ ਮਾਇਆ ਇਕੱਠੀ ਕਰਦੇ ਆ, ਜਿਵੇਂ ਪੱਖੇ ਦੇ ਅੱਗੇ ਹਵਾ ਭੱਜਦੀ ਆ, ਇਸੇ ਤਰ੍ਹਾਂ ਜਿੰਨਾ ਇੱਧਰ ਉਦਮ ਕਰਦੇ ਆ ਓਨਾ ਹੀ ਦੂਜੇ ਪਾਸੇ ਨੂੰ ਪਰਮੇਸ਼ਰ ਦੇ ਮਿਲਾਪ ਲਈ ਵੀ ਉਦਮ करना चाहिए जी। सुनो सखा चित लायकै चलने केरी प्रीत। धन धन श्री गुरु गोबिंद सिंह जी सानू इत्थे मित्र कह रहे हैं। कितना प्यारा शब्द है मित्र, है ना। सदामे दा ते कृष्ण दा प्यार सी, को सतनाम। और ये मित्र शब्द बड़ा ही तकड़ा है गुरु प्यारिओ। मित्र शब्द विच कितना प्यार है। क्या मित्र जिहड़ा हुंदा है वो एक दूजे के प्रति वफादार हुंदा है, को सतनाम। सिख गुरु प्रति वफादार रहे तो गुरु भी सिख के प्रति वफादार है। जिमें कृष्ण ते सदामे का प्यार सी, कृष्ण जी ने ज़्यादातर बचन सखा वरते है, चाहे अर्जन नाल गल कीती आ, चाहे सदामे नाल कीती आ, को सतनाम। धन मेरे प्रीतम गुरु गोबिंद सिंह जी कहते मित्रो ਕੰਨ करके सुनो, इत्थे रहना किसी ने नहीं हैगा। मोहे तो ही सब चलेंगे चलन ना कोई रीत। और ऐसे होर कोई भी चलन ना कोई रीत, होर कोई रीत नहीं है, कोई चाल नहीं है कि दुनिया विच असीं जिउंदे रह सकीए। मैं भी शरीर छड्डना है, तुसीं भी छड्डना है। इस करके एह बैराग हित कहन है नह आवण नह जाए। और ये मैं चाहुंदा तुहानू इस करके कहना कि मौत का जिहड़ा डर हुंदा है ना, बंदे अंदर मौत नू वेख के ही डर पैदा हुंदा है, ते डर दे कारण ही असीं अपने मंजिल वल वधदे हां। इस करके मौत का डर ते परमेश्वर दी याद, ये दोने बड़े जरूरी है। वैसे कोई आउंदा जांदा नहीं, मेरे प्रीतम जी कहंदे अगली पंक्ति विच कहंदे वैसे कोई आउंदा जांदा नीगा। ये तो मैं चाहना कि तुहानू ये बराग लग जाए कि पता नहीं कदों मौत आ जाए मना, उस तो पहला पहला मालक दे नाल लग जाइए, मालक नाल जुड़ जाइए। मेरे प्रीतम जी एक बचन बड़े सुंदर नौवें पातशाह जी बख्शिश करते हैं। कौन मूआ रे कौन मूआ, ब्रह्म ज्ञानी मिल करो विचारा। ये तो चलत भया, चलत हुंदा कौतुक तमाशा, ये तो रोज़ ही हो रहा यार। कहते फलाना मर गया, अज फलाना मर गया, लै फलाना भी मर गया, ये सब ने मरना है। पर मैनू ऐ तो दसो मरदा कौन है? कौन मूआ रे कौन मूआ, ब्रह्म ज्ञानी मिल करो विचारा। ये तो चलत भया, मेरे ख्याल च तो मरदा कोई भी नहीं। पवन है मैं पवन समाया, ज्योति मैं ज्योत नाल जाया। माटी माटी होई एक, रोवन हारे की कवन टेक। और रोन वालिया तो किनू रोना है? जे वो शरीर नूं रोना है तो आ तेरे सामने पिया, तो जे बोलन वाल नूं रोना है वो मरिया नहीं, वो निकल के चले आ गया। कोई फिर तो रोन का मतलब ही कोई नहीं गा। क्योंकि जे मिट्टी नूं नहीं रोंदा, अपने हथी संस्कार भी करोगे, हुण इह मर गया। तो जदों इहदा संस्कार कर दिता, पंजे तत्त अपने तत्तां विच विलीन हो जाणगे। पवने मैं पवन समाया, ज्योति मैं ज्योत नाल जाया। माटी माटी होई एक, रोवन हारे की कवन टेक। इस करके मरदा कौन? इस गल नूं केवल ते केवल गुरुआं ने समझाया नहीं, सारी दुनिया ही मौत के डर अंदर है। तो सतगुरां ने अपने सिंघां नूं ये समझा दिता कि असी जंग के मैदान विच मर के भी मरदे नहीं। इसे करके गुरु के सिंह जिहड़े हन अगे होके लड़ते हैं, तो मुसलमान फौजां, तुरकां दीयां फौजां जां दुश्मन दीयां फौजां जो भी हन वो डरदियां होईयां लड़दियां। इसे करके खालसे की जित हुंदी है तो वो हार जाते हैं। को सतनाम, उन्हां नूं हजे मौत का खतरा बनिया होया। पर ਸਿੰਘਾਂ ਨੂੰ ਇਹ पता है कि मरण तो बाद भी असी मरदे नहीं, भाव शरीर नूं त्याग के असी अपने देश जावांगे। इस गल का चाह भी है। जो तो प्रेम खेलन का चाओ, सिर तर तली गली मुरी आओ। इत मार्ग पैर धरीजै, सिर दीजै कां न कीजै। इस करके मेरे प्रीतम जी कहने मित्रों, वैसे मैं चाहना कि तुहाडे अंदर परमेश्वर नूं मिलन दा बराग पैदा हो जाए। वैसे आउंदा जांदा कोई नहीं। धन धन श्री गुरु गोबिंद सिंह जी महाराज, धन धन गुरु नानक देव जी महाराज जब सुमेर पर्वत वल गए तां गुरु प्यारिओ उस वेले की होया, गोरखनाथ के चेले बार बार धन गुरु नानक देव जी को अपना चेला बनाने के लिए कोशिश करते हैं। बड़े पुठे सीधे सवाल पूछते हैं, बाबा जी उन्होंने तसल्ली कराई जाते हैं।
ਇੱਕ ਜੋਗੀ ਆਇਆ, ਉੱਡ ਕੇ ਆਇਆ, ਕਹਿੰਦਾ ਗੋਰਖਨਾਥ ਨੂੰ, ਕਹਿੰਦਾ ਮੇਰੇ ਕੋਲੇ ਬੜਾ ਗਿਆਨ ਹੈ, ਮੈਂ ਹੁਣੇ ਹੀ ਗੁਰੂ ਨਾਨਕ ਨੂੰ ਤੁਹਾਡਾ ਚੇਲਾ ਬਣਾ ਕੇ ਲਿਆਵਾਂਗਾ। ਆਉਂਦਾ ਹੀ ਨਾ ਸਤਿ ਸ੍ਰੀ ਅਕਾਲ, ਨਾ ਫਤਿਹ, ਨਾ ਲੱਖ, ਕੁਛ ਵੀ ਨਾ ਕਿਹਾ। ਕਹਿੰਦਾ ਬਾਲੇ, ਉਮਰ ਦੇ ਵਿੱਚ ਪਾਤਸ਼ਾਹ ਛੋਟੇ ਸੀ ਨਾ, ਇਹਨਾਂ ਨੇ ਉਮਰਾਂ ਵਧਾਈਆਂ ਹੋਈਆਂ ਸੀ, ਬਾਲਕੇ ਨੂੰ ਬਾਲਾ ਕਹਿੰਦੇ ਆ। ਕਹਿੰਦਾ ਬਾਲੇ ਮੈਨੂੰ ਇਹ ਦੱਸ ਵੀ ਮਰਦਾ ਕੌਣ ਹੈ? ਤੇ ਬਾਬਾ ਜੀ ਫਿਰ ਉਵੇਂ ਹੀ ਬੋਲੇ, ਕਹਿੰਦੇ ਤੇਰੀ ਮਾਂ ਕੁਚੱਜੀ ਆਹੀ, ਬਾਸਣ ਧੋਏ ਨਾ ਦੁੱਧ ਜਮਾਹੀ। ਤੇਰੀ ਮਾਂ ਭਾਵ ਤੇਰਾ ਗੁਰੂ ਕੁਚੱਜਾ ਹੈ, ਉਹਨੂੰ ਅਕਲ ਨਹੀਂ ਹੈ। ਉਹਨੇ ਦਹੀਂ ਜਮਾਉਣ ਵੇਲੇ ਪਹਿਲਾਂ ਰਿੜਕਣਾ ਸਾਫ਼ ਨਹੀਂ ਕੀਤਾ ਗਾ। ਜਿਵੇਂ ਪੁੱਡਰ ਇਸਤਰੀ ਕੱਲ੍ਹ ਵਾਲਾ ਦਹੀਂ ਕੱਢਿਆ, ਉਵੇਂ ਫਿਰ ਨਵਾਂ ਦੁੱਧ ਪਾਤਾ, ਕੱਢਿਆ ਫਿਰ ਤੀਜੇ ਦਿਨ ਪਾਤਾ, ਤੇ ਚਲਦੀਆਂ ਉਹ ਦਹੀਂ ਇੰਨੀ ਖੱਟੀ ਹੋਣ ਲੱਗ ਜਾਣੀ ਹੈ ਕਿ ਪੀਣ ਦੇ ਕੰਮ ਦੀ ਨਹੀਂ ਰਹਿਣੀ। ਸਿਆਣੀਆਂ ਇਸਤਰੀਆਂ ਰੋਜ਼ ਦੁਪਹਿਰੇ ਰਿੜਕਣੇ ਨੂੰ ਕੂਚ ਕੇ ਖੁਰਨੀਆਂ ਦੇ ਵਿੱਚ ਧੁੱਪ ਕੰਨੀ ਮੂੰਹ ਕਰਕੇ ਰੱਖ ਦਿੰਦੀਆਂ, ਤਾਂ ਕਿ ਜਿਹੜੀ ਲੱਸੀ ਦੀ ਜ਼ਿਆਦਾ ਜਿਹੜੀ ਹੈ ਬੋ ਉਹ ਉੱਡ ਜਾਵੇ ਤੇ ਕੱਲ੍ਹ ਵਾਸਤੇ ਤਿਆਰ ਹੋ ਜਾਵੇ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਤੇਰੀ ਮਾਂ ਕੁਚੱਜੀ ਆਹੀ, ਭਾਵ ਤੇਰਾ ਗੁਰੂ ਗੋਰਖ ਨੂੰ ਚੱਜ ਨਹੀਂ ਹੈ, ਤੈਨੂੰ ਦੱਸਿਆ ਨਹੀਂ ਮਰਦਾ ਕੌਣ ਹੈ। ਢਿੱਲਾ ਜਿਹਾ ਪੈ ਗਿਆ, ਨੀਵੀਂ ਜੀ ਪੈ ਗਈ, ਕਹਿੰਦੇ ਤੁਸੀਂ ਦੱਸੋ। ਬਾਬਾ ਕਹਿੰਦੇ ਕੋਈ ਵੀ ਨਹੀਂ ਮਰਦਾ। ਉਹ ਹੋਰ ਵੀ ਹੈਰਾਨ ਵੀ ਮਰਦਾ ਕੋਈ ਨਹੀਂ ਹੈਗਾ। ਕਹਿੰਦਾ ਇਹ ਕਿਵੇਂ ਹੋ ਸਕਦਾ, ਸਾਰੀ ਦੁਨੀਆ ਮਰਦੀ ਹੈ। ਬਾਬਾ ਜੀ ਕਹਿੰਦੇ ਤੱਤਾਂ ਵਿੱਚ ਤੱਤ ਮਿਲ ਜਾਂਦੇ ਹੈ, ਆਤਮਾ ਤਾਂ ਮਰਦਾ ਹੀ ਨਹੀਂ, ਉਹ ਆਪਣੇ ਦੇਸ਼ ਚਲਿਆ ਜਾਂਦਾ ਜਾਂ ਕੋਈ ਨਵਾਂ ਫੁਰਨਾ ਚੱਕ ਕੇ ਨਵਾਂ ਸਰੀਰ ਧਾਰਨ ਕਰ ਲੈਂਦਾ। ਦੱਸ ਫਿਰ ਕੌਣ ਮਰਿਆ? ਢਿੱਲਾ ਜਿਹਾ ਹੋ ਕੇ ਮੁੜ ਗਿਆ। ਕਹਿੰਦਾ ਉਹ ਨਹੀਂ ਜਿੱਤਿਆ ਜਾਂਦਾਗਾ, ਉਹ ਤਾਂ ਹਰੇਕ ਗੱਲ ਦਾ ਫੱਟ ਜਵਾਬ ਦਿੰਦਾ। ਖੈਰ ਮਨੋਵਿਰਤੀਆਂ ਉੱਥੇ ਰੱਖੀਏ ਮਿੱਤਰੋ। ਵੈਸੇ ਜੰਮਣਾ ਮਰਨਾ ਹੈ ਨਹੀਂ, ਪਰ ਦੁਨੀਆ ਵਿੱਚ ਆਹ ਸਰੀਰ ਕਰਕੇ ਰਹਿਣਾ ਕਿਸੇ ਨੇ ਨਹੀਂ ਹੈਗਾ। ਪਰਮੇਸ਼ਰ ਦੇ ਵੱਲ ਜਾਣ ਦੀ ਤਿਆਰੀ ਕਰੋ ਜੀ। ਆਪਣੀ ਵਾਸਨ ਆਪ ਮੈਂ ਸਮ ਸੁਪਨੇ ਮਿਲ ਜਾਏ। ਹਾਂ, ਵਾਸ਼ਨਾ ਬੱਧਾ ਆਵੇ ਜਾਵੇ, ਇਹ ਜੀਵ ਵਾਸ਼ਨਾ ਦਾ ਬੱਧਾ ਹੀ ਆਉਂਦਾ ਜਾਂਦਾ ਹੈ। ਚਾਰ ਉਦਾਹਰਨਾਂ ਪ੍ਰੀਤਮ ਜੀ ਨੇ ਤਲੋਚਨ ਭਗਤ ਦੀਆਂ ਦਿੱਤੀਆਂ। ਅੰਤ ਕਾਲ ਜੇ ਲక్ష్ਮੀ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਸਰਪ ਜੋਨ ਬਲ ਬਲ ਔਤਰੇ, ਅਰੀ ਬਾਈ ਗੋਬਿੰਦ ਨਾਮ ਮਤ ਵਿਸਰੇ। ਅੰਤ ਕਾਲ ਜੇ ਇਸਤਰੀ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਬੇਸਵਾ ਜੋਨ ਬਲ ਬਲ ਔਤਰੇ। ਤਾਂ ਵਾਸ਼ਨਾ, ਇਹਦੇ ਵਿੱਚ ਚਾਰ ਉਦਾਹਰਨਾਂ। ਇਸਤਰੀ ਦਾ ਖਿਆਲ ਆ ਗਿਆ, ਬੇਸਵਾ ਦੀ ਜੂਨੀ, ਪੁੱਤਰ ਦਾ ਖਿਆਲ ਆ ਗਿਆ, ਸੂਰਜ ਦੀ ਜੂਨੀ, ਜੇ ਕੋਠੀ ਦਾ ਖਿਆਲ ਆ ਗਿਆ, ਹਾਏ ਮਸਾਂ ਪਾਈ ਸੀ ਹੁਣ ਮੈਂ ਕਿੱਥੇ ਰਹੂੰਗਾ, ਤਾਂ ਫਿਰ ਉਹਦੇ ਵਾਸਤੇ ਭੂਤ ਪ੍ਰੇਤ ਦੀ ਜੂਨੀ। ਫਿਰ ਆਪਦੇ ਵਿੱਚ ਜਾਂ ਇਹਨਾਂ ਟੇਢੀਆਂ ਜੂਨਾਂ ਚੋਂ ਕਿਵੇਂ ਨਿਕਲੇ। ਕਿੰਨੀ ਸੁੰਦਰ ਗਿਆਨ ਦੀ ਗੱਲ ਰੱਖੀ ਹੈ। ਕੀ ਕਰੇ ਮਨੁੱਖ, ਕਿਹੜੀ ਵਾਸ਼ਨਾ ਕਰੇ, ਭਾਵ ਕਿਹੜਾ ਖਿਆਲ ਕਰੇ। ਫਿਰ ਉਹ ਦੁਨੀ ਚੰਦ ਦਾ ਬਾਪ ਸੀ ਨਾ, ਉਹ ਮਾਸ ਖਾਇਆ ਕਰਦਾ ਸੀਗਾ, ਤੇ ਜਿੱਦੇ ਮੌਤ ਹੋਈ ਗਵਾਂਢ ਦੇ ਵਿੱਚ ਵੀ ਬਣੀ ਜਾਂਦਾ ਸੀ। ਜਿਵੇਂ ਆਪਾਂ ਨੂੰ ਦੇਗ ਦੀ ਖੁਸ਼ਬੂ ਆ ਜਾਂਦੀ ਆ, ਉਹਨੂੰ ਵੀ ਆ ਗਈ ਬੋ, ਔਰ ਖਿਆਲਾ ਚਲਿਆ ਗਿਆ, ਬੜਾ ਸੁੰਦਰ ਬਣੀ ਜਾਂਦਾ, ਕਿਤੇ ਮਿਲ ਜਾਂਦਾ ਖਾਣ ਨੂੰ। ਸੋਚਦਿਆਂ ਸੋਚਦਿਆਂ ਹੀ ਮਰ ਗਿਆ। ਮੌਤ ਮੰਜੇ ਤੇ ਪਿਆ ਸੀ ਲੰਬਾ, ਮੌਤ ਹੋ ਗਈ ਗੁਰੂ ਪਿਆਰਿਓ। ਤੇ ਅਖੀਰ ਗੁਰੂ ਪਿਆਰਿਓ ਉਸ ਨੂੰ ਬਘਿਆੜ ਦੀ ਜੂਨ ਦੇ ਦਿੱਤੀ, ਸ਼ੇਰ ਦੀ। ਜਾ ਕਹਿੰਦੇ ਮਾਸ ਹੀ ਖਾਣਾ, ਪਹਿਲਾਂ ਇਹ ਵੀ ਕੰਮ ਨਿਬੇੜ ਕੇ ਆ। ਕੋ ਸਤਨਾਮ, ਫਿਰ ਆ ਜੀ ਮੇਰੇ ਕੋਲ। ਤੋ ਵਾਸ਼ਨਾ ਵੱਧਦਾ ਆਵੇ ਜਾਵੇ ਇਹ ਜੀਵ। ਤਾਂ ਹੁਣ ਕੀ ਕਰੇ, ਫਿਰ ਕਿਵੇਂ ਨਿਕਲੇ? ਆਪਣੀ ਵਾਸ਼ਨ ਆਪ ਮਹਿ, ਬਾ ਨਿਜ ਸਰੂਪ ਦਾ ਧਿਆਨ ਧਰਨਾ। ਕੋ ਸਤਨਾਮ, ਆਪਣੇ ਆਪ ਦਾ ਧਿਆਨ ਧਰਨਾ, ਆਪਣਾ ਖਿਆਲ ਆਪਣੇ ਵਿੱਚ ਇਕੱਠਾ ਕਰਨਾ। ਸਮ ਸੁਪਨੇ ਮਿਲ ਜਾਏ ਤਾਂ ਸਮਝ ਲਓ ਤੁਸੀਂ ਇਉਂ ਮਿਲ ਜਾਓਗੇ ਜਿਵੇਂ ਸੁਪਨਾ ਜਿੰਨਾ ਚਿਰ ਚੱਲਦਾ ਉਹਨਾਂ ਚਿਰ ਅਲੱਗ ਹੁੰਦੇ ਆ, ਤੇ ਜਦੋਂ ਸੁਪਨਾ ਟੁੱਟ ਜਾਂਦਾ ਫਿਰ ਅਸੀਂ ਇਕੱਲੇ ਰਹਿ ਜਾਂਦੇ ਹਾਂ। ਉਸੇ ਤਰ੍ਹਾਂ ਇਹ ਜੀਵ ਸਹਿਜੇ ਹੀ ਮਿਲ ਸਕਦਾ ਜੀ। ਆਦਿ ਅੰਤ ਜੋ ਨੀਂਦ ਮਹਿ ਆਤਮ ਜਾਨੋ ਪਾਏ। ਸੁਣੋ, ਨੀਂਦ ਵਿੱਚ ਸੁਪਨਾ ਆਉਂਦਾ। ਆਦ ਪਹਿਲਾਂ ਉਹ ਸੁਪਨੇ ਵਾਲਾ ਸਮਾਨ ਨਹੀਂ ਸੀਗਾ, ਨੀਂਦ ਵੀ ਸੁਪਨਾ ਚੱਲਿਆ। ਅੰਤ ਨੀਂਦ ਟੁੱਟ ਗਈ, ਉਹ ਸੁਪਨਾ ਨਹੀਂ ਹੈ, ਪਹਿਲਾਂ ਨਹੀਂ ਹੈ, ਮਗਰੋਂ ਨਹੀਂ ਹੈ, ਤੇ ਵਿਚਾਲੇ ਵੀ ਨਹੀਂ ਹੈ। ਕੋ ਸਤਨਾਮ। ਮਹਾਪੁਰਸ਼ ਬ੍ਰਹਮ ਗਿਆਨੀ ਕਹਿੰਦੇ ਇਹ ਸੰਸਾਰ ਵੀ ਤੀਹੋ ਕਾਲ ਹੈ ਹੀ ਨਹੀਂ, ਨਾ ਇਹ ਪਹਿਲਾਂ ਸੀਗਾ ਨਾ ਹੁਣ ਹੈ। ਆਪਾਂ ਬੈਠੇ ਕਥਾ ਕਰੀ ਜਾਂਦੇ ਆ, ਸੁਣੀ ਜਾਂਦੇ ਆ, ਪਰ ਬ੍ਰਹਮ ਗਿਆਨੀ ਕਹਿੰਦੇ ਹੈ ਹੀ ਨਹੀਂ ਕੁਛ ਵੀ, ਨਾ ਪਹਿਲਾਂ ਸੀਗੀ ਆਪਾਂ, ਅੱਜ ਹੈਗੇ ਆ, ਦਿਸਦੇ ਆ ਥੋੜੇ ਜੇ, ਕੱਲ ਨੂੰ ਮੌਤ ਹੋ ਜਾਣੀ ਹੈ ਫਿਰ ਨਹੀਂ ਹੋਣੇ। ਤਾਂ ਇਹਦਾ ਮਤਲਬ ਵਿਚਾਲੇ ਵੀ ਆਪਾਂ
है नहीं, समझो ये है ही नहीं। यही जोग की रीत है मैं तोहे कहीं बनाए। कमाल दियां गल्लां मेरे प्रीतम जी ने इत्थे ज्ञान चर्चा विच दसियां। पातशाह कहंदे ये है परमेश्वर नाल जुड़न दा ढंग, निज स्वरूप नाल जुड़ना करो, इस तरह जुड़ के बैठो कि बस मैं ही हाँ, होर कोई है ही नहीं, सब खत्म है, दुनिया है ही नहीं गी। मैं निज स्वरूप नाल जुड़ के अपने आपे नाल जुड़ रहा हाँ। पंच अरदासा जोग के सोहंग हंसा हित। हाँ वैसे कई तरह के मंत्र जपते हैं। भगत रविदास जी ने जो जपिया ना मंत्र, वो है सोहंग, ओंग, सोहंग। सोहंग का अर्थ हुंदा है ओहो ते मैं इक्को ही हाँ, ओहो ते मैं इक्को ही हाँ। इस करके आओ मैं तुहानू 5 अरदासां मतलब 5 बचन दसदा हाँ कि ये जीव अपने रूप विच मिलने वास्ते की करे। पहली बेनती है कुंडली प्राण अपान को सतगुर राखे चेत। कुंडली, कुंडलनी सुरजी सत्संगत आत्म रंग चलून भया, ये साडी नाभि दे विच कुंडली है। एक नाड़ी है गुरु प्यारिओ जिहड़ी कट्ठी जी होई पई है। जदों असीं वाह गुरु वाह गुरु वाह गुरु वाह गुरु जपदे आ ना, ते ये नाड़ी जिहड़ी है नाभि दे कोलों उपर नूं सिद्धी होनी शुरू हो जाती है। तुसीं सुनिया होना है भी रावण की नाभि विच अमृत सीगा, उन्हें अमृत प्राप्त कर लिया सी, असल विच अंदरों वो कणी प्राप्त कर लई सी। ते फिर की होया नाभि दे विच जदों ये नाड़ी साडी सिद्धी हुंदी है धुन्नी तो छाती वाल नूं उपर नूं, ते ओ किनका नाम की कणी जां अमर की बूंद कित्थों डिगदी है? तुहाडे दिमाग दे विचों। वो डिग हुण भी रही है, भजन बंदगी वालियां दे अंदरों भी, सारियां दे अंदरों वो किनका डिग रहा है। पर किसी का वो किनका जीभ ते डिगया नहीं, कन्ना राही खराब हो रहा है, किसी का अखां राही खराब हो रहा है। तो जिद्दन वो किनका सीधा वो धुन्नी वाली नाड़ी विच वड़ गया ना, उदन इहदे अंदर ज्ञान के शब्द पैदा हो जाने आ। को सतनाम। प्रीतम जी बख्शिश करते हैं कि जदों कुंडली प्राण अपान को सतगुर राखे चेत, गुरु नूं सिमरना कदों जिन्ना सास गिरास न विसरै। इसे पंक्ति नूं बाणी विच ओ लिखे है, सवास लैंदे आ ते सवास छड्डदे आ। वाह गुरु वाह गुरु वाह गुरु वाह गुरु। इस तरह अगे चल के इस नूं जपदे जपदे रोक लेना, वाहे कह के रुक जाना। वाह गुरु वाह गुरु वाह गुरु। समझो कि तुसी अपने आप नूं ताहां चढ़ा के रुक गए हो, चवारे भी चले गए हो। इहनूं कहंदे चवारे जाना। 10वां द्वार चवारे च है, खोपड़ी च है साडे 10वां द्वार। असी अपनी सुरत नूं पैरां तो लैके पेट तो लैके लत्तां बाहां सब चो खिंच के ते इत्थे इकट्ठी करना है। जदों इत्थे इकट्ठी हो गई कुछ मिनट लई चुप कर जाओ, फिर उस ते ध्यान मार के देखो उत्थे की हो रहा है। ये प्रैक्टिस रोज़ करन नाल तुहानूं तुहाडे अंदर की हो रहा है दिखाई देण लग जाएगा। को सतनाम। तो सास ग्रास प्राण अपान, सवास लेंदे आ सवास छड्डदे आ। जिन्ना सास गिरास न विसरै, हर नामा मन मंत, धन से सेई नानका पूर्ण सोई संत। तो पहला बचन की है सोहंग। ये गल जानो कि मैं ते परमेश्वर च कोई फर्क नहीं, बस मैं शरीर विच हाँ, वो शरीर तो बगैर है, इन्ना ही फर्क है। तो ही मोही मोही तो ही अंतर कैसा, तेरे च ते मेरे च, मेरे च ते तेरे च किन्ना क फर्क है। कनक कटक जल तरंग जैसा, जिमें सोने का हार ते सोने की डली, डली नूं कोई हार नहीं कहता ते हार नूं कोई सोना नहीं कहता हले। को सतनाम। ते जिदन हार गया सुनियारे की दुकान ते, उन्हें भन के उसकी डली बना दी, फिर सारे कहेंगे ये तो सोने की डली है, ये सोना है। इसे करके जिन्ना चਿਰ शरीरां विच हाँ उन्ना चਿਰ असीं रब नहीं हाँ, पर जदों असीं नाम जपदे जपदे उहदे विच मिल गए, फिर असीं रब तो घट भी नहीं हाँ। को सतनाम। फिर ये परमेश्वर का रूप हो जाना। हर का सेवक सो हर जिहा। 10वें पातशाह इनका जिउंदे जी कर दिता। खालसा मेरो रूप है खास, खालसे मैं हो करो निवास, खालसा मेरी जान की जान, खालसा मेरो प्राण को प्राण, खालसा मेरो मुख है अंगा, खालसे का चेहरा मेरा चेहरा।
खालसा मेरो मुख है अंगा, खालसे केहो सरसा संगा। पर एक शर्त है, जब लग खालसा रहे न्यारा, तब लग तेज दियो मैं सारा। जावे गह विपन की रीत, मैं ना करो इनकी प्रतीत। फिर मैनू कोई भरोसा नहीं, जदों ये भी बाहमणी कर्म कांडां च पै गया। जिन्ना चिर मेरी रैत मुताबक है, उन्ना चिर मेरा ते मैं इहदा हां। मेरे प्रीतम जी कहते हैं सिखो, पहली गल तां अपने आप नूं परमेश्वर दी अंश जानो। सत है सत कर बाचा जान, कबीर साहब नूं पुछ लो। सत है सत कर बाचा जान, आत्मा राम लेहो परवान। परवान कर लो, मान लो गल, सारे रब ही बैठा है। कहो सतनाम, दूजा है ही नहीं कोई, होर कोई है ही नहीं, सारे परमेश्वर ही वरत रहे है। जिवें भाई कन्हैये वाली अवस्था, ये प्रैक्टिस करदियां करदियां अंदर ऐसी सुरत सोच बन जाती आ। मेरे प्रीतम जी कहते इस तरह दूजी अरदास, दूजी बेनती है कि प्राण अपान दे सवास अभ्यास समय हमेशा विघ्नां दे टालण वाले, रखिया करन वाले परमेश्वर दे अगे बेनती करो कि मैं सिमरन विच बैठण लग्या हाँ। क्योंकि सिख ने हर वेले अरदास करनी है, सिमरन करने वेले भी अरदास करो जी। अनहद उठे चुनकार जप, सतगुर नाम चितार। चलो तुसी लगातार नाम जपोगे, आओ 2 मिनट जपिए। वाह गुरु 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 वाहगुरु 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 वाहगुरु। जपना किवें है भी समझ लो। जदों वाहे कहने हैं ना, धुनी नूं उपर खिंचो, पेट अंदर जाना चाहिए। जदों गुरु कहने हो तो अंदरली हवा सारी बाहर सिट दिओ। गुरु वाह गुरु, जिवें भाई साहब भाई गुरसेवक सिंह मैनेजर साहब आपां नूं काफ़ी समा करवाउंदे रहे अभ्यास इत्ते ये। तो जदों वाहे कहने आ तो पेट अंदर जाना चाहिए धुनी कोलों। जब गुरु कहनी है तो अंदरली हवा बाहर, तो पेट फिर अपने थां ते आ जाए। फिर वाहे उपर ते गुरु बाहर, तो हौली हौली गुरु प्यारो यह अभ्यास बन जाता है। जो तुसीं इदां कर लग पे ना, फिर तुहानू पखे दियां चीकां भी वैगुरू कहदियां सुनाई देणगियां। कहो सतनाम। अनहद बाजी अंदर तो वजने वजने है, बाहर जेड़ा भी खड़का सुनोगे। फिर भगतां ने कह दिता, मोर मीन मिर्ग पंखेरू, जो बोलत है बिनहर जापत है नहीं होर। उन्होंने वाहिगुरू सुनाई देन लग्या, जिहड़ा राम जपदा सी उन्होंने राम सुनाई देन लग्या, जिहड़ा सोहंग जपदा सी उन्होंने सोहंग सुनाई देन लग्या। जपदे तो पहला भी है हुण भी है, पर सानू उन्हां दी बोली दी समझ नहीं आई। भगतां ने सुनिया, कहने यार ये मोर भी वाहिगुरू कह रहा है, मच्छी भी ऐदा मूँह करदी है, लगदा है भी वाहिगुरू कह रही है। मोर मीन मिर्ग पंखेरू, बिन हर जापत है नहीं होर। कक्कर चुगन थल वसन, रब न छोड़न पास। अपना मैदाना विच दाने चुगदे हुए जानवर भी परमेश्वर नूं याद रख देन सिखो। फिर तुहाडी अंदर अनहद वाजे वजणगे। जो सतगुर दा नाम इस तरह चितारोगे, जपना करोगे। गहो ध्यान गुर ज्ञान में, 24 लीजे तार। तो चौथी बेनती है, पातशाह जी कहते गोहज ज्ञान यह तुहाडी अंदर प्रगट होवेगा। गुरु के ज्ञान तो बाद अंदर तुहाडे गुप्ती बाणी प्रगट होवे। ये शब्द सारे ज्ञान के विचों निकलने शुरू हो जाणगे। मत विच रतन जवाहर मानक कदों निकलणगे, जे एक गुर की सिख सुनी। गुरा एक देह बुझाई, सबना जियां का एक दाता सो मैं विसर न जाई। इसे बचन नूं बाणी विच लिखिया एक थां ते होर। असीं थोड़ा प्रचार के विचार के नहीं देखे, बाणी नूं पाठ तां बहुत कर लए हन, पर खड़ के समझी नहीं। सोहंग हंसा जप जापो। ये हंस कौन है? तुहाडी आत्मा, तुसीं हंस हो। ये मान सरोवर है जिथे आप बैठे हाँ, ये गुरु का मान सरोवर है। आप सारे हंस हाँ, तो इत्थे चौक कादी है? केवल मोतियां दी, होर इत्थे कोई चौक नहीं दरबार साहब दे विच। कहो सतनाम। ये मोतियां दी चौक हंसा नहीं चुगनी, आप सारे हंस हाँ। ये मान सरोवर है, इस करके ये चौक नूं चुगदियां होइयां की सोचना है कि मैं परमेश्वर का ही पुत्र हाँ, उहदा रूप हाँ, उहदी अंश हाँ। सोहंग हंसा ओ जीवात्मा।
तेरे च ते ओहदे च कोई फर्क नहीं। ये गल याद रख इत्थे बैठ के। सोहंग हंसा जप जापो। मेरे प्रीतम जी कहते सिखो फिर तुहाडी अंदर गोहज ध्यान गुरु ज्ञान में चौथी लीजै धार। गुरु दे ज्ञान विच ध्यान नूं लाउणा करो। किहड़े ध्यान नूं कित्थे लाइए? ध्यान तां नेत्रां 'चों लाया जा सकदा ना। ते बाबा जी बाणी च कहंदे बिन पेखे कहो कैसो ध्यान। भाई किहनूं वेखां ते मैं किवें ध्यान लावां? ते पातशाह कहंदे मैं दसदा अपने मूँह चों आवाज़ पैदा कर, अपने कंन नाल आप सुण, अपने नेत्रां दे नाल उत्थे जे देख जिथे आवाज़ पैदा हो रही है। नेत्र नीवें करके चौथा हिस्सा खोल के जपो वाह गुरु 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 जपदियां होइयां नेत्र बंद नहीं करने ते पूरे भी नहीं खोलने, ना बाहर देखना ते ना अखां बंद कर लैनियां। चौथा हिस्सा अख खुली रहनी चाहिए है, क्योंकि मन जिहड़ा ना ਇਹਦਾ बड़ा भजन का सुभाव है। जे तुसीं नेत्र बंद कर ले इधर दी भाजूगा, इधर दी भाजूगा, इधर दी भाजूगा। जे नेत्र खोल ले तो फिर अखां विच दी भज के जा ही रहा सारियां दे वल। कहो सतनाम सी। इस करके चौथा हिस्सा अख नूं खोल के उत्थे आवाज़ जिथों निकल रही है वाहिगुरू मंत्र दी धुन मैं ध्यान, ध्यान मैं जानिया गुरमुख अकथ कहानी। की जानिया? ये जिन्हें जानिया उसे नूं पता, दूजे नूं दस्सिया नहीं जा सकता। जिन्हें जानना है वो जान लवे करके। कहो सतनाम। कहो कबीर गूंगे गुड़ खाया पूछे ते क्या कही है। इस नूं जानने वास्ते लोड़ है सानू खुद कुछ करन दी। ये रेडीमेड नहीं मिलता, ये नाम बनिया बनाया नहीं मिलता, ये तुहानू किसी दा कीता होया नहीं मिलना, खुद नू करना पैना। इस करके मेरे प्रीतम जी कहंदे इस गुझे ध्यान नू गुरु दे ज्ञान विच लाउणा करो जी। चार पदार्थ आठ गुर पंजवी ए अरदास। हाँ चार पदार्थ जेड़े हन ये गुरु कृपा करके दिंदा सानू। ये जिहड़ियां सारे पहले चार बेनतियां हन ना, ये चारे गल्लां गुरु कृपा करके साडे अंदर फिट करूगा। और पंजवी बेनती है पूरन पूरी पाएंगो छेवीं छदम प्रकाश। इस तरह जदों गुरु कृपा करदा सिख दे उत्ते पूरा गुरु चार पदार्थ जे को मांगे साध जना की सेवा लागे। वो चार पदार्थ लैके आए सी जमदियां ही गवाच गए। चार पदार्थ लै जाके आया शिव शक्ति कर वासा पाया। एक विसारे तां पिढ़हारे अंधले नाम विसारा है। वो चार वस्तुआं जप तप सत संतोख गुरु प्यारिओ दया धर्म हिम्मत आदि और नाम परमेश्वर दा थाल विच तीन वस्तु पईओ सत संतोख विचारो ते चौथा अमृत नाम ठाकर का पईओ। ये साडे दिमाग विच रख के भेजे सी। ये दिमाग थाल है साडा। को सतनाम परमेश्वर ने दे के भेजे सीगे। जां तिस भाना ता जमिया परिवार भला पाया लिव छुड़की लगी तृष्णा माया अमर बरताया। ये माया जित हर विसरै मोह उपजै भाव दूजा लाया। इस करके जदों साडा जन्म होया, जदों गुरु प्यारो डॉक्टरां ने बच्चे नूं नवाया धवाया, ये कुछ बोलिया ना ते फिर इस दे ढूई दे उत्ते थापी मार करके बच्चे नूं रवाउणा कीता। ते जदों बच्चा रोया जिथे पहला माँ दे सवास नाल चलदा सीगा फिर इहदा आपदा इंजन स्टार्ट हो गया। आही जिहड़ा इंजन हैगा ना ये उस तरह ही फिट है साडा शरीर। को सतनाम। पहले इहनूं नाभि राही खुराक ते सवास मिलदा सी माँ दे कोलों। ਇਹਦੀ ਨਾੜੂਆ ਜਿਹੜਾ ਮਾਂ ਦੇ ਨਾਲ ਜੁੜਿਆ ਹੋਇਆ ਸੀ। ਮਾਂ ਜੋ ਖਾਂਦੀ ਸੀ ਉਹਦਾ ਡਾਇਰੈਕਟ ਹੀ ਪੋਸ਼ਣ ਭੋਜਨ ਤੇ ਸਵਾਸ ਇਹਨੂੰ ਮਿਲ ਰਿਹਾ ਸੀ। ਜਾਂ ਇਹਦਾ ਬਾਹਰ ਜਨਮ ਹੋਇਆ ਤੇ ਤੁਰੰਤ ਹੀ ਡਾਕਟਰਾਂ ਨੇ ਉਸ ਨਾੜ ਨੂੰ ਕੱਟ ਕੇ ਉੱਥੇ ਬੰਦ ਕਰਤਾ ਇੱਕਦਮ। ਤਾਂ ਜਿਹੜਾ ਇੱਕ ਗਿੱਠ 10 ਉਂਗਲਾਂ ਸਵਾਸ ਇਹਦੇ ਵਿੱਚ ਰਹਿ ਗਿਆ, ਧੁੰਨੀ ਤੋਂ ਲੈ ਕੇ ਗਲੇ ਤੱਕ ਇੱਕ ਗਿੱਠ 10 ਉਂਗਲਾਂ ਸਵਾਸ ਵਿੱਚ ਰਹਿ ਗਿਆ। ਉਹ ਬਣ ਗਿਆ ਇਸ ਇੰਜਨ ਦੀ ਟੱਸ। जिवें तुहाडे फिट इंजन दे विच टस हुंदी आ। को सतनाम। ते जदों डॉक्टरां ने उस बच्चे नूं रवाया ते ओह एक गड़ 10 उंगला सवास है जिहड़ा उसने इस शरीर दे फेफड़े चलाउणे शुरू कर दिते। और फिर ये वड्डी कुदरत रूपी मां तो सवास लैणे शुरू करते आपां जिवें हुण लै रहे हां। को सतनाम।
ਤੇ ਇਹ ਗੰਢ ਖੁੱਲ ਜਾਣੀ ਆ। ਜਿੱਦੇ ਮੌਤ ਦਾ ਸਮਾਂ ਹੋਇਆ ਉਹਦੇ ਫਿਰ ਇਹ ਗਿੱਟ 10 ਉਂਗਲਾਂ ਸਵਾਦ ਜਿਹੜਾ ਬੰਨ੍ਹ ਕੇ ਰੱਖਿਆ ਉਹ ਨਿਕਲ ਜਾਣਾ ਤੇ ਫਿਰ ਇੰਜਨ ਸਟਾਰਟ ਨਹੀਂ ਹੋਣਾ। ਜਿੰਨੇ ਮਰਜ਼ੀ ਡਾਕਟਰ ਵੈਂਟੀਲੇਟਰ ਲਾ ਲੈਣ ਇਸ ਨੂੰ ਕੋ ਸਤਨਾਮ, ਕਿਉਂਕਿ ਉਹਨੇ ਅੰਦਰੋਂ ਖੋਲ ਦੇਣਾ ਇਸ ਨੂੰ, ਫਿਰ ਨਿਕਲ ਜਾਣਾ ਉਹ ਸਵਾਸ ਤੇ ਨਵਾਂ ਸਵਾਸ ਅੰਦਰ ਜਾਣਾ ਨਹੀਂ। ਇਸ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਉਹ ਜਿਹੜੀਆਂ ਵਸਤੂਆਂ ਤੂੰ ਇੱਥੇ ਲੈ ਕੇ ਆਇਆ ਸੀ ਮਨੁੱਖ ਤੂੰ ਗਵਾ ਲਈਆਂ, ਉਹ ਵਸਤੂਆਂ ਤੈਨੂੰ ਹੁਣ ਗੁਰੂ ਕੋਲੋਂ ਮਿਲਣਗੀਆਂ। ਪੰਜਾਂ ਤੱਤਾਂ ਦਾ ਸਰੀਰ ਪੰਜ ਤੱਤ ਕਰ ਸ੍ਰੇਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕਿਸ ਕੀਤਾ ਹੋਵੇ। ਇਹ ਜਿਹੜੀ ਛੇਵੀਂ ਵਸਤੂ ਹੈ ਨਾ ਇਹ ਗੁਰੂ ਹੀ ਕਰੇਗਾ। ਸਤਵੀਂ ਸ਼ਰਣੀ ਆਏ ਪਰ ਸਤਿਗੁਰ ਪੂਰੀ ਪਾਏ। ਸੱਤਵੀਂ ਬੇਨਤੀ ਹੈ ਕਿ ਗੁਰੂ ਦੀ ਸ਼ਰਨ ਵਿੱਚ ਆਓ, ਗੁਰੂ ਹੀ ਤੁਹਾਨੂੰ ਇਸ ਦੇ ਨਾਲ ਜੋੜ ਸਕਦਾ ਹੈ। ਅੱਠਵੀਂ ਮਾਲਾ ਫੇਰੀਏ ਸਾਸ ਸਾਸ ਗੁਰ ਧਿਆਏ। ਅੱਠਵੀਂ ਬੇਨਤੀ ਹੈ ਕਿ ਫੇਰ ਸਿੱਖ ਦਾ ਅਭਿਆਸ ਬਣ ਜਾਂਦਾ ਹੈ। ਇੱਕ ਵਾਰੀ ਕੋਈ ਗੁਰਸਿੱਖ ਕਹਿਣ ਲੱਗਿਆ ਜਾਂ ਕੋਈ ਹੋਰ ਮਨੁੱਖ ਕਹਿਣ ਲੱਗਿਆ 10ਵੇਂ ਪਾਤਸ਼ਾਹ ਜੀ ਨੂੰ ਕਿ ਮਹਾਰਾਜ ਪਹਿਲੇ ਗੁਰੂ ਤਾਂ ਸਮਾਧੀਆਂ ਲਵਾਉਂਦੇ ਸੀਗੇ, ਬਿਠਾ ਕੇ ਨਾਮ ਜਪਾਉਂਦੇ ਸੀ, ਤੇ ਤੁਸੀਂ ਆ ਜੱਗਾਂ ਜੁੱਦਾਂ ਦਾ ਕੰਮ ਛੇੜ ਲਿਆ। ਪਾਤਸ਼ਾਹ ਕਹਿੰਦੇ ਹੁਣ ਘੋੜਿਆਂ ਤੇ ਵੀ ਸਮਾਧੀਆਂ ਲਵਾ ਦਿਆਂਗੇ। ਕੋ ਸਤਨਾਮ। ਭਾਵ ਜੰਗਾਂ ਦੀ ਵੀ ਲੋੜ ਹੈ ਤੇ ਜਿਹੜਾ ਸਿਮਰਨ ਭਜਨ ਹੈ ਉਹ ਚੱਲਦੇ ਫਿਰਲੇ ਕਰਨਾ ਹੈ। ਕਿਰਤ ਕਰਨੀ ਨਾਮ ਜਪਣਾ ਵੰਡ ਛਕਣਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਏ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਏ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਏ। ਤੋ ਅੱਠਵੀਂ ਬੇਨਤੀ ਹੈ ਕਿ ਸਿੱਖੋ ਮਾਲਾ ਫੇਰਿਆ ਕਰੋ, ਸਵਾਸ ਸਵਾਸ। ਹੁਣ ਕੰਮ ਕਰਦਿਆਂ ਮਾਲਾ ਤਾਂ ਨਹੀਂ ਚੱਕ ਸਕਦੇ, ਪਰ ਇਹ ਸਵਾਸਾਂ ਦੀ ਵੀ ਇੱਕ ਮਾਲਾ ਹੈ। ਜਿਵੇਂ ਸਵਾਸ ਆਉਂਦਾ ਹੈ ਜਿਵੇਂ ਜਾਂਦਾ ਇਹਦੇ ਨਾਲ ਜੋੜ ਕੇ ਫਿਰ ਜਪਿਆ ਕਰੋ। ਚਲੋ ਮਾਲਾ ਵੀ ਇੱਕ ਸਹੀ ਚੀਜ਼ ਆ। ਜਦ ਹੱਥ ਵਿੱਚ ਮਾਲਾ ਫੜੀ ਆਉਂਦੀ ਹੈ ਨਾ ਤਾਂ ਬੰਦੇ ਤੇ ਯਾਦ ਆ ਜਾਂਦਾ ਮੈਂ ਨਾਮ ਜਪ ਰਿਹਾ ਸੀਗਾ, ਉਹ ਮਨ ਦੇ ਯਾਦ ਨਹੀਂ ਆਉਂਦਾਗਾ। ਇੱਕ ਬਹਾਨਾ ਇਹ ਮਨ ਨੂੰ ਨੇੜੇ ਰੱਖਣ ਦਾ, ਨੇੜੇ ਰਹਿੰਦਾ ਮਨ ਨਾਮ ਜਪਣ ਦੇ ਲਈ। ਤਾਂ ਸਵਾਸ ਸਵਾਸ ਮਾਲਾ ਫੇਰੋ, ਗੁਰੂ ਦੀ ਸ਼ਰਨ ਵਿੱਚ ਆਵੇ ਜਗਿਆਸੋ ਜਪਨਾ ਕਰੇ ਜੀ। ਨਾਮੀ ਨਿਤ ਗੁਰ ਸੇਵਨੇ ਨਰਕ ਨਿਵਾਰਨ ਜੋਗ। ਇਸ ਕਰਕੇ ਭਾਈ ਸੰਸਾਰ ਦੇ ਨਰਕਾਂ ਰੂਪੀ ਦੁੱਖਾਂ ਚੋਂ ਨਿਕਲਣ ਲਈ ਨੌਵੀਂ ਬੇਨਤੀ ਹੈ ਹਮੇਸ਼ਾ ਗੁਰੂ ਨੂੰ ਸਿਮਰਿਆ ਕਰੋ ਜੀ। ਦਸਵੀਂ ਦਗਦ ਨਾ ਹੋਈਏ ਸ਼ਾਂਤ ਜੋਗ ਮੈਂ ਹੋਗ। ਤੋ ਦਸਵੀਂ ਬੇਨਤੀ ਹੈ ਦਗਦ ਨਾ ਹੋਈ ਹੈ, ਭਾਵ ਸਤਿਗੁਰੂ ਜੀ ਕਹਿੰਦੇ ਸੰਸਾਰ ਤੋਂ ਆ ਰਹੀਆਂ ਵਾਸ਼ਨਾਵਾਂ ਆਸ਼ਾ ਤ੍ਰਿਸ਼ਨਾ ਈਰਖਾ ਦੁਈ ਦਵੈਤ ਆਦਿ, ਇਹ ਜਿਹੜੀਆਂ ਪੰਜ ਅੱਗਾਂ ਹਨ ਇਹ ਤੈਨੂੰ ਸਾੜ ਨਹੀਂ ਸਕਣਗੀਆਂ। ਭਾਈ ਬਿਧੀ ਚੰਦ ਨੂੰ ਭੱਠੇ ਵਿੱਚ ਨਹੀਂ ਸੜਨ ਦਿੱਤਾ, ਭਗਤ ਪ੍ਰਹਿਲਾਦ ਜੀ ਨੂੰ ਚਿਖਾ ਦੇ ਵਿੱਚ ਨਹੀਂ ਸੜਨ ਦਿੱਤਾ। ਇਹ ਉਹੀ ਨਾਮ ਹੈ ਜਿਹੜਾ ਜੁਗਾਂ ਤੋਂ ਜਪਦੇ ਆ ਰਹੇ ਹੈ, ਪਰ ਆਪਾਂ ਜਪਿਆ ਨਹੀਂਗਾ। ਇਸ ਕਰਕੇ ਸਾਨੂੰ ਐ ਲੱਗਦਾ ਯਾਰ ਇਹ ਕਿਵੇਂ ਹੋ ਸਕਦਾ ਹੈ ਵੀ ਅੱਗ ਦੇ ਵਿੱਚੋਂ ਬੰਦਾ ਬਚ ਸਕਦਾ ਹੈ। ਪਰ ਜੇ ਉਹਨਾਂ ਕੋਲੇ ਨਾਮ ਹੋਵੇ। ਦਸਵੀਂ ਬੇਨਤੀ ਦੱਸਦੇ ਹਨ ਕਿ ਮਨੁੱਖ ਇਹਨਾਂ ਵਿਕਾਰਾਂ ਦੀ ਅੱਗ ਤੋਂ ਬਚ ਜਾਂਦਾ ਹੈ। ਸ਼ਾਂਤ ਜੋਗ ਮੈਂ ਹੋਗ, ਜਿਹੜਾ ਪਰਮੇਸ਼ਰ ਨਾਲ ਜੁੜਿਆ ਰਵੇ ਤਾਂ ਮੇਰਾ ਵਰਤੀਰਾ ਸ਼ਾਂਤਮਈ ਹੋਵੇ। ਇਹ ਵੀ ਖਿਆਲ ਰੱਖੋ ਦੁਨੀਆ ਨਾਲ ਜਿਹੜੀ ਵਰਤੋਂ ਹੈ ਇਹ ਨਿਮਰਤਾ ਸਹਿਤ ਹੋਵੇ ਜੀ। ਸਿੱਖਾਂ ਭਰਮ ਨਾ ਕੀਜੀਏ ਬੁੱਧ ਰਾਖੀਏ ਠੌਰ। ਧੰਨ ਗੁਰੂ ਗੋਬਿੰਦ ਸਿੰਘ ਜੀ ਇਹ ਬਚਨ ਬਿਸ਼ੰਬਰ ਦਾਸ ਨਾਲ ਕਰ ਰਹੇ ਹੈ ਤੇ ਸਾਹਮਣੇ ਜਿਹੜਾ ਬੈਠਾ ਹੁੰਦਾ ਉਹਨੂੰ ਸੰਬੋਧਨ ਵੀ ਕੀਤਾ ਜਾਂਦਾ ਹੈ। ਜਿਵੇਂ ਭਾਈ ਲਾਲੋ ਨੂੰ ਸੰਬੋਧਨ ਕੀਤਾ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੇ ਲਾਲੋ। ਸਿੱਖਾ ਕਹਿ ਕੇ ਸਾਨੂੰ ਸਾਰਿਆਂ ਨੂੰ ਵੀ ਔਰ ਗੁਰੂ ਪਿਆਰੋ ਬਿਸ਼ੰਬਰ ਦਾਸ ਨੂੰ ਵੀ ਸੰਬੋਧਨ ਕਰਦੇ ਹਨ। ਸਿੱਖਾ ਭਰਮ ਨਾ ਕਰੀਏ, ਦਿਮਾਗ ਨੂੰ ਟਿਕਾਣੇ ਰੱਖੀਏ। ਰਾਖਾ ਸਤਿਗੁਰ ਸਿੱਖ ਕਾ ਜਿਉ ਆਚਾਰ ਹਿਤ ਔਰ ਇਸ ਕਰਕੇ ਗੁਰੂ ਹਮੇਸ਼ਾ ਸਿੱਖ ਦਾ ਰਖਵਾਲਾ ਹੈ, ਰੱਖਿਆ ਕਰਦਾ ਹੈ। ਸਤਿਗੁਰੂ ਨੂੰ ਆਪਣਾ ਰਾਖਾ ਜਾਣੋ, ਗੁਰੂ ਰਕਸ਼ਾ ਕਰਦਾ। ਅਗਲੀ ਵਿਚਾਰ ਕਾਫੀ ਗਿਆਨ ਦੀਆਂ ਗੱਲਾਂ ਪ੍ਰੀਤਮ ਨੇ ਬਖਸ਼ਿਸ਼ ਕੀਤੀਆਂ, ਰਹਿੰਦੀਆਂ ਵਿਚਾਰਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਨੇਕਾਂ ਅੱਖਰ ਬਾਅਦ ਘੱਟ ਹੋ ਜਾਂਦੇ, ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ।
हे अच्युत हे पार ब्रह्म अविनाशी, हे अविनाश, हे पूरन हे सर्व मैं, पंचन गुणतास, हे संगी हे निरंकार, हे निर्गुण गुण सब टेक, हे गोबिंद हे गुण निदान, जाके सदा विवेक, हे अपरंपर हर हरे, है हो बनहार, हे संत कै सदा संग, दारा आधार, हे ठाकुर हूँ दासरो, मैं निर्गुण गुण नहीं कोई, नानक दीजै नाम दान, ना कोई परोए, आए प्रभ शरणागति, कृपा निध दयाल, एक अखर हर मन बसत, नानक होत निहाल, एक ओंकार सतगुरु, हे प्रसाद सच हुए, वाहिगुरु जी की फतेह विघ्न है, विनाशन सोए, वाहिगुरु जी की फतेह विघ्न है। विनाशन सोए। वाहिगुरु जी का खालसा, वाहिगुरु जी की फतेह।